ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਆਪਾਂ ਐਤਵਾਰ ਵਾਲੇ ਦਿਨ ਗੁਰਬਾਣੀ ਦੇ ਵਿੱਚ ਜੋ ਸਿਰਲੇਖ ਆਏ ਹਨ ਉਹਨਾਂ ਉੱਤੇ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਕੁਝ ਗੁਰਬਾਣੀ ਸਿਰਲੇਖ ਸਮਝਣ ਦਾ ਯਤਨ ਕਰਨਾ ਹੈ। ਉਸ ਤੋਂ ਪਹਿਲਾਂ ਕੱਲ੍ਹ 11 ਤਰੀਕ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਗੱਦੀ ਦਿਵਸ ਸੀ ਨਾਨਕਸ਼ਾਹੀ ਕੈਲੰਡਰ ਮੁਤਾਬਕ। ਇਹ ਜਿਹੜਾ 11 ਜੂਨ 28 ਜੇਠ ਬਣਦਾ ਹੈ ਅਤੇ ਉਸ ਦੇ ਹਿਸਾਬ ਨਾਲ ਇਹ 11 ਜੂਨ ਇਹਨਾਂ ਨੇ ਬਣਾਇਆ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ 16 ਜੂਨ 2 ਹਾੜ ਨੂੰ ਇਹਦੇ ਮੁਤਾਬਕ ਬਣਦੀ ਹੈ। ਫਿਰ ਆਪਾਂ ਥੋੜ੍ਹਾ ਜਿਹਾ ਸਮਝਾਂਗੇ। ਮੈਂ ਪਿਛਲੀ ਕਥਾ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਬ੍ਰਹਮ ਅਤੇ ਬ੍ਰਾਹਮਣ ਇਹਦੇ ਬਾਰੇ ਥੋੜ੍ਹਾ ਜਿਹਾ ਸਮਝਾਂਗੇ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਣੀ ਵਿੱਚ ਸੁਪਨੇ ਦੀ ਬਹੁਤ ਗੱਲ ਕੀਤੀ ਹੈ ਅਤੇ ਜਿਹੜਾ ਆਪਾਂ ਸਿਰਲੇਖ ਫੁਨਹੇ ਸਮਝਣਾ ਹੈ ਉਸ ਬਾਣੀ ਦੇ ਵਿੱਚ ਯਾਨੀ ਫੁਨਹੇ ਬਾਣੀ ਦੇ ਵਿੱਚ ਗੁਰੂ ਜੀ ਨੇ ਜਿਹੜੀ ਸੁਪਨੇ ਦੀ ਗੱਲ ਕੀਤੀ, ਆਪਾਂ ਸੁਪਨੇ ਬਾਰੇ ਸਮਝਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਪਹਿਲਾਂ ਸਮਝਦੇ ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਿਆਈ ਗੱਦੀ ਦੇ ਦਿਵਸ ਸੰਬੰਧ ਵਿੱਚ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਯਾਨੀ ਜਨਮ 19 ਜੂਨ 1595 ਈਸਵੀ ਨੂੰ ਪਿੰਡ ਵਡਾਲੀ ਜੋ ਅੰਮ੍ਰਿਤਸਰ ਦੇ ਬਹੁਤ ਨਜ਼ਦੀਕ ਪੈਂਦਾ ਹੈ, ਜ਼ਿਲ੍ਹਾ ਅੰਮ੍ਰਿਤਸਰ, ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਉਹਨਾਂ ਦੇ ਗ੍ਰਹਿ ਵਿਖੇ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਅਜੇ 11 ਸਾਲਾਂ ਦੀ ਸੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋਏ ਸਨ। ਉਹ ਜਦੋਂ ਲਾਹੌਰ ਨੂੰ ਜਾਣ ਲੱਗੇ ਸਨ ਅਤੇ ਇੱਕ ਦਿਨ ਪਹਿਲਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਜੋ ਜ਼ਿੰਮੇਵਾਰੀ ਸੀ ਉਹ ਸੌਂਪ ਦਿੱਤੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਜ਼ਿੰਮੇਵਾਰੀ ਨੂੰ ਬਹੁਤ ਸੋਹਣੇ ਅਤੇ ਸੁਚੱਜੇ ਢੰਗ ਨਾਲ ਨਿਭਾਇਆ। ਉਹਨਾਂ ਨੇ ਤਕਰੀਬਨ 38 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਨਿਭਾਇਆ। ਉਹਨਾਂ ਦੀ ਕੁੱਲ ਉਮਰ ਜਿਹੜੀ ਉਹ 49 ਵਰ੍ਹਿਆਂ ਦੀ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀਤਾ ਸੀ ਉਹ ਸੀ ਅਕਾਲ ਤਖਤ ਦੀ ਰਚਨਾ, ਜਿਸ ਨੂੰ ਉਹਨਾਂ ਨੇ ਇੱਕ ਛੋਟਾ ਜਿਹਾ ਥੜਾ ਇੱਕ ਸਟੇਜ ਬਣਾਈ ਸੀ। ਫਿਰ ਹੌਲੀ ਹੌਲੀ ਉੱਥੇ ਇੱਕ ਅਕਾਲ ਬੁੰਗਾ ਉਸਰਿਆ ਅਤੇ ਸਹਿਜੇ ਸਹਿਜੇ ਉਹ ਅਕਾਲ ਬੁੰਗਾ ਅਕਾਲ ਤਖਤ ਦਾ ਨਾਮ ਉਸਨੇ ਹਾਸਲ ਕੀਤਾ। ਇਹ ਤਖਤ
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠ ਕੇ ਆਮ ਜਨਤਾ ਦੇ ਵੀ ਫੈਸਲੇ, ਉਹਨਾਂ ਦੇ ਝਗੜਿਆਂ ਦੇ ਫੈਸਲੇ ਕਰਦੇ ਸਨ। ਇੱਥੋਂ ਬੈਠ ਕੇ ਹੀ ਉਹਨਾਂ ਨੇ ਆਮ ਪਬਲਿਕ ਦੇ ਵਿੱਚ ਇੱਕ ਹੁਕਮ ਭੇਜਿਆ ਸੀ ਕਿ ਇਹ ਜਿਹੜੇ ਮੁਗਲ ਹੁਕਮਰਾਨ ਹਨ, ਇਹ ਕਿਸੇ ਬਹੁਤ ਗੂੜ੍ਹੀ ਨੀਂਦ ਵਿੱਚ ਜਾ ਕੇ ਸੌਂ ਚੁੱਕੇ ਹਨ। ਇਹਨਾਂ ਨੂੰ ਜਗਾਉਣ ਵਾਸਤੇ ਬਹੁਤ ਵੱਡੀ ਉੱਚੀ ਆਵਾਜ਼ ਦੀ ਲੋੜ ਏ। ਇਹ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸ਼ਹਾਦਤ ਵਾਸਤੇ ਅੰਮ੍ਰਿਤਸਰ ਤੋਂ ਲਾਹੌਰ ਨੂੰ ਤੁਰੇ ਸਨ ਤੇ ਉਹ ਇੱਕ ਬਚਨ ਕਰਕੇ ਗਏ ਸਨ। ਉਹਨਾਂ ਦਾ ਬਚਨ ਇਹ ਸੀ ਕਿ ਮੈਂ ਸਬਰ ਦੇ ਨਾਲ, ਸਿਦਕ ਦੇ ਨਾਲ ਇਹਨਾਂ ਮੁਗਲਾਂ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਜਾਗ ਪਏ ਤੇ ਭਲਾ, ਜੇ ਨਾ ਜਾਗੇ ਤੇ ਫਿਰ ਤੁਸੀਂ ਸ਼ਸਤਰ ਫੜਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਖਤ ਤੇ ਬੈਠ ਕੇ ਉਹਨਾਂ ਨੇ 2 ਤਲਵਾਰਾਂ ਫੜੀਆਂ ਸਨ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਮੀਰੀ ਤੋਂ ਭਾਵ ਸੀ ਕਿ ਉਹ ਹੁਣ ਇਹਨਾਂ ਮੁਗਲਾਂ ਦੇ ਨਾਲ ਇਹਨਾਂ ਦੇ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨਗੇ। ਪੀਰੀ ਤੋਂ ਮਤਲਬ ਸੀ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਧਿਆਤਮਿਕਤਾ ਹੈ, ਉਸ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾਏਗਾ, ਉਸ ਦੀ ਵੀ ਹਰ ਹਾਲਤ ਰਾਖੀ ਕੀਤੀ ਜਾਏਗੀ। ਸੋ ਗੁਰੂ ਸਾਹਿਬ ਨੇ ਜਿਹੜਾ ਹੁਕਮ ਪਹਿਲਾਂ ਭੇਜਿਆ ਸੀ ਉਹ ਇਹ ਹੀ ਸੀ ਕਿ ਸਾਨੂੰ ਹੁਣ ਨੌਜਵਾਨਾਂ ਦੀ ਜ਼ਰੂਰਤ ਹੈ। ਉਹ ਹਥਿਆਰਾਂ ਨਾਲ ਲੈਸ ਹੋ ਕੇ ਆਉਣ, ਉਹ ਘੋੜੇ ਲੈ ਕੇ ਆਉਣ ਤੇ ਇਸ ਤਰ੍ਹਾਂ ਉਹਨਾਂ ਦੇ ਕੋਲ ਇੱਕ ਛੋਟੀ ਜਿਹੀ ਫੌਜੀ ਟੁਕੜੀ ਤਿਆਰ ਹੋ ਗਈ ਸੀ, ਜਿਸ ਫੌਜੀ ਟੁਕੜੀ ਦੇ ਨਾਲ ਉਹਨਾਂ ਨੇ ਮੁਗਲ ਹੁਕਮਰਾਨ ਜਿਹੜੇ ਸਨ ਉਹਨਾਂ ਦੇ ਜ਼ੁਲਮ ਦੇ ਖਿਲਾਫ 4 ਲੜਾਈਆਂ ਲੜੀਆਂ ਸਨ ਤੇ 4 ਵਿੱਚ ਹੀ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਕਤ ਹੀ ਜਿਹੜੀਆਂ ਸਿੱਖ ਸਮਾਜ ਵਿੱਚ ਢਾਡੀ ਵਾਰਾਂ ਗਾਈਆਂ ਜਾਂਦੀਆਂ ਹਨ, ਉਹਨਾਂ ਦਾ ਪ੍ਰਚਲਨ ਹੋਇਆ ਸੀ। ਫਿਰ ਉਹਨਾਂ ਨੇ ਜਦੋਂ ਉਹ ਗਵਾਲੀਅਰ ਦੇ ਕਿਲੇ ਵਿੱਚ ਗਏ ਸਨ ਤੇ ਜਦੋਂ ਉੱਥੋਂ ਰਿਹਾ ਹੋਏ, ਉਹਨਾਂ ਦੇ ਨਾਲ 52 ਹਿੰਦੂ ਰਾਜੇ, ਜਿਨ੍ਹਾਂ ਵਿੱਚ ਜ਼ਿਆਦਾਤਰ ਪਹਾੜੀ ਰਾਜੇ ਸਨ, ਜਿਨ੍ਹਾਂ ਨੂੰ 22 ਧਾਰ ਦੇ ਰਾਜੇ ਆਖਿਆ ਜਾਂਦਾ, ਉਹ ਪਹਿਲਾਂ ਤੋਂ ਹੀ ਉਸ ਕਿਲੇ ਵਿੱਚ ਕੈਦ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ 52 ਰਾਜਿਆਂ ਨੂੰ ਤੇ ਉਹਨਾਂ ਦੇ ਨਾਲ ਕੋਈ ਸਾਧੂ ਸੰਤ ਵੀ ਉਸ ਕਿਲੇ ਵਿੱਚ ਕੈਦ ਕੀਤੇ ਹੋਏ ਸਨ ਜਹਾਂਗੀਰ ਨੇ, ਉਹਨਾਂ ਸਾਰਿਆਂ ਨੂੰ ਰਿਹਾ ਕਰਵਾਇਆ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਕਰਕੇ ਬੰਦੀ ਛੋੜ ਦਾਤਾ ਅਖਵਾਏ ਸਨ। ਸੋ ਉਹਨਾਂ ਨੇ ਆਪਣੇ ਇਸ ਗੁਰਿਆਈ ਕਾਲ ਦੇ ਦੌਰਾਨ ਜਿੱਥੇ ਇਹ ਮੁਗਲ ਹੁਕਮਰਾਨਾਂ ਦੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ, ਉੱਥੇ ਉਹਨਾਂ ਨੇ ਧਾਰਮਿਕ ਪੱਖ ਤੋਂ, ਪਰਮਾਰਥਿਕ ਪੱਖ ਤੋਂ ਸਿੱਖੀ ਦੇ ਪ੍ਰਚਾਰ ਹਿੱਤ ਵੀ ਦੂਰ ਦੂਰ ਤੱਕ ਉਹਨਾਂ ਨੇ ਉਦਾਸੀਆਂ ਆਖ ਲਈਏ, ਯਾਤਰਾਵਾਂ ਆਖ ਲਈਏ, ਕੀਤੀਆਂ ਸਨ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 3 ਮਾਰਚ 1644 ਈਸਵੀ ਨੂੰ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦੇ ਕੇ ਉਹ ਸਰੀਰਕ ਤੌਰ ਤੇ ਜੋਤੀ ਜੋਤ ਸਮਾ ਗਏ ਸਨ। ਸੋ ਕੱਲ੍ਹ ਉਹਨਾਂ ਦਾ ਗੁਰਿਆਈ ਗੱਦੀ ਦਿਵਸ ਸੀ। ਆਪ ਸਾਰੀ ਸੰਗਤ ਨੂੰ ਮੁਬਾਰਕ ਹੋਵੇ। ਹੁਣ ਆਪਾਂ ਗੱਲ ਕਰਦੇ ਹਾਂ ਬ੍ਰਹਮ ਅਤੇ ਬ੍ਰਾਹਮਣ। ਬ੍ਰਹਮ ਦੇ ਅਰਥ ਤੇ ਆਪਾਂ ਸਾਰੇ ਹੀ ਬੜੀ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਬ੍ਰਹਮ ਦੇ ਅਰਥ ਹੁੰਦੇ ਨੇ ਪਰਮਾਤਮਾ, ਤੇ ਇਹਦਾ ਇੱਕ ਅਰਥ ਜਿਹੜਾ ਸੰਸਕ੍ਰਿਤ ਵਿੱਚ ਲਿਆ ਜਾਂਦਾ ਹੈ, ਉਹ ਅਰਥ ਹੁੰਦਾ ਹੈ ਸਭ ਤੋਂ ਵਧੇਕ, ਵਧਿਆ ਹੋਇਆ, ਵੱਡਾ, ਮਹਾਨ। ਸੋ ਪਰਮੇਸ਼ਵਰ ਇੱਕ ਇਹੋ ਜਿਹੀ
ਹਸਤੀ ਏ ਜਿਹਦੇ ਵਰਗੀ ਹੋਰ ਕੋਈ ਹਸਤੀ ਇਹਨਾਂ ਪੂਰੇ ਬ੍ਰਹਿਮੰਡਾਂ ਵਿੱਚ ਨਹੀਂ। ਕੇਵਲ ਤੇ ਕੇਵਲ ਇੱਕ ਪਰਮੇਸ਼ਵਰ ਹੈ, ਜਿਸ ਨੂੰ ਬ੍ਰਹਮ ਦੇ ਨਾਲ ਨਾਲ ਪਾਰ ਬ੍ਰਹਮ ਵੀ ਆਖਿਆ ਜਾਂਦਾ ਹੈ। ਪਾਰ ਬ੍ਰਹਮ ਦਾ ਮਤਲਬ ਹੈ ਉਹ ਪਰਮਾਤਮਾ, ਉਹ ਸ਼ਖਸੀਅਤ ਜਿਸ ਦਾ ਉਰਲਾ ਤੇ ਪਰਲਾ ਪਾਸਾ ਲੱਭਿਆ ਨਹੀਂ ਜਾ ਸਕਦਾ। ਜਿਵੇਂ ਦਰਿਆ ਹੁੰਦੇ ਨੇ, ਨਦੀਆਂ ਹੁੰਦੀਆਂ ਨੇ, ਸਾਗਰ ਹੁੰਦੇ ਨੇ, ਉਹਨਾਂ ਦੇ ਦੋ ਕਿਨਾਰੇ ਹੁੰਦੇ ਨੇ ਤੇ ਉਹਨਾਂ ਦੇ ਦੋਹਾਂ ਕਿਨਾਰਿਆਂ ਨੂੰ ਹੀ ਅਸੀਂ ਸਮਝ ਸਕਦੇ ਹਾਂ, ਜਾਣ ਸਕਦੇ ਹਾਂ। ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਜਾਇਆ ਜਾ ਸਕਦਾ ਹੈ। ਪਰ ਪਰਮੇਸ਼ਵਰ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਸ ਦਾ ਨਾ ਉਰਲਾ ਪਾਸਾ ਤੇ ਨਾ ਪਰਲਾ ਪਾਸਾ ਲੱਭਿਆ ਨਹੀਂ ਜਾ ਸਕਦਾ। ਇਸ ਦਾ ਭਾਵ ਇਹ ਹੁੰਦਾ ਹੈ ਕਿ ਪਰਮਾਤਮਾ ਦਾ ਆਦਿ ਤੇ ਪਰਮਾਤਮਾ ਦਾ ਅੰਤ, ਇਹ ਦੋਵੇਂ ਹੀ ਚੀਜ਼ਾਂ ਮਨੁੱਖ ਕਦੀ ਵੀ ਨਾ ਸਮਝ ਪਾਇਆ ਏ ਤੇ ਨਾ ਸਮਝ ਪਾਏਗਾ। ਸੋ ਪਰਮਾਤਮਾ ਦੇ ਬਾਰੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਲਿਖੇ ਨੇ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਅਸੀਂ ਆਪਣੇ ਮਨ ਵਿੱਚ ਜੋ ਬੀਜ ਬੀਜਦੇ ਹਾਂ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਵਿਚਾਰ ਕਰਦੇ ਹਾਂ, ਫਿਰ ਉਹਦੇ ਆਧਾਰ 'ਤੇ ਹੀ ਅਸੀਂ ਕਰਮ ਕਮਾਉਂਦੇ ਹਾਂ। ਜਿਹੜਾ ਵੀ ਅਸੀਂ ਕਰਮ ਕਰਦੇ ਹਾਂ ਉਹਦਾ ਆਈਡੀਆ ਪਹਿਲਾਂ ਸਾਡੇ ਮਨ ਵਿੱਚ ਪੈਦਾ ਹੁੰਦਾ ਹੈ। ਸੋ ਅਸਲ ਵਿੱਚ ਅਸੀਂ ਇਹ ਜਿਹੜੇ ਬੀਜ ਬੀਜਦੇ ਹਾਂ ਕਰਮਾਂ ਦੇ, ਇਹ ਪਹਿਲਾਂ ਸਾਡੇ ਮਨ ਵਿੱਚ ਬੀਜੇ ਜਾਂਦੇ ਨੇ ਤੇ ਉਹ ਬੀਜੇ ਹੋਏ ਬੀਜ ਹੀ ਵੱਡੇ ਹੁੰਦੇ ਨੇ ਤੇ ਅਸੀਂ ਉਹਨਾਂ ਦਾ ਫਲ ਖਾਂਦੇ ਹਾਂ, ਚਾਹੇ ਉਹ ਸੁੱਖ ਰੂਪ ਵਿੱਚ ਹੋਵੇ ਤੇ ਚਾਹੇ ਉਹ ਦੁੱਖ ਰੂਪ ਵਿੱਚ ਹੋਵੇ। ਗੁਰੂ ਮਹਾਰਾਜ ਆਖਦੇ ਨੇ ਕਿ ਜੇ ਸਾਨੂੰ ਆਹ ਸਮਝ ਆ ਜਾਏ ਕਿ ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਜੇ ਸਾਡੇ ਥੱਲੇ, ਸਾਡੇ ਉੱਤੇ, ਸਾਡੇ ਚੌਗਿਰਦੇ, ਸਾਡੇ ਅੰਦਰ, ਸਾਡੇ ਬਾਹਰ ਪਰਮੇਸ਼ਵਰ ਹੀ ਪਰਮੇਸ਼ਵਰ ਪਸਰਿਆ ਹੋਇਆ ਹੈ, ਤੇ ਫਿਰ ਅਸੀਂ ਆਪਣੇ ਮਨ ਵਿੱਚ ਕਦੀ ਮਾੜਾ ਬੀਜ ਨਹੀਂ ਬੀਜ ਸਕਦੇ, ਕਿਉਂਕਿ ਸਾਨੂੰ ਸਮਝ ਆ ਜਾਏਗੀ ਕਿ ਪਰਮਾਤਮਾ ਸਿਰਫ ਮੇਰੇ ਵਿੱਚ ਹੀ ਨਹੀਂ, ਪਰਮਾਤਮਾ ਸਿਰਫ ਕਿਸੇ ਧਰਮ ਮੰਦਰ ਵਿੱਚ ਹੀ ਨਹੀਂ, ਪਰਮਾਤਮਾ ਕੇਵਲ ਕਿਤੇ ਸਵਰਗਾਂ ਜਾਂ ਬੈਕੁੰਠ ਜਾਂ ਕਿਤੇ ਸੱਚਖੰਡ ਵਿੱਚ ਹੀ ਨਹੀਂ, ਪਰਮਾਤਮਾ ਇਹਨਾਂ ਸਾਰਿਆਂ ਜੀਵਾਂ ਦੇ ਵਿੱਚ ਪਸਰਿਆ ਹੋਇਆ ਹੈ। ਤੇ ਫਿਰ ਅਸੀਂ ਕਿਸੇ ਨਾਲ ਬੁਰਾ ਕਿਵੇਂ ਕਰ ਪਾਵਾਂਗੇ? ਫਿਰ ਅਸੀਂ ਮਨ ਵਿੱਚ ਕਿਸੇ ਦੇ ਪ੍ਰਤੀ ਮਾੜੇ ਵਿਚਾਰ ਵੀ ਨਹੀਂ ਰੱਖ ਪਾਵਾਂਗੇ, ਕਿਉਂਕਿ ਸਾਨੂੰ ਸਮਝ ਆ ਗਈ ਹੋਵੇਗੀ ਕਿ ਜਿਸ ਦੇ ਪ੍ਰਤੀ ਮੈਂ ਕੁਝ ਮਾੜੇ ਵਿਚਾਰ ਰੱਖਦਾ ਹਾਂ ਉਹਦੇ ਵਿੱਚ ਵੀ ਪਰਮੇਸ਼ਵਰ ਬਿਰਾਜਮਾਨ ਹੈ। ਸੋ ਇਹ ਬ੍ਰਹਮ ਜਿਹੜਾ ਹੈ, ਇਹ ਪਰਮਾਤਮਾ, ਔਰ ਇਹ ਸਾਰੇ ਚਾਰ ਚਫੇਰੇ ਸਾਡੇ ਅੰਦਰ ਬਾਹਰ ਪਸਰਿਆ ਹੋਇਆ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ। ਭਾਵੇਂ ਅਜੇ ਆਪਾਂ ਇਸ ਨੂੰ ਮਹਿਸੂਸ ਨਹੀਂ ਕਰ ਪਾ ਰਹੇ ਕਿ ਉਹ ਕਿਸ ਤਰ੍ਹਾਂ ਸਾਡੇ ਚੌਗਿਰਦੇ ਪਸਰਿਆ ਹੋਇਆ ਹੈ, ਕਿਸ ਤਰ੍ਹਾਂ ਸਾਡੇ ਅੰਦਰ ਬੈਠਾ ਹੋਇਆ ਹੈ, ਕਿਸ ਤਰ੍ਹਾਂ ਹਰ ਚੀਜ਼ ਅਸੀਂ ਉਹਦੀ ਸੱਤਾ ਨੂੰ ਪਾ ਕੇ ਕਰਦੇ ਹਾਂ। ਅਜੇ ਇਹ ਗੱਲਾਂ ਸਾਡੀ ਸਮਝ ਤੋਂ ਬਾਹਰ ਦੀਆਂ ਹਨ, ਪਰ ਆਪਾਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੀਏ, ਯਤਨਸ਼ੀਲ ਰਿਹਾ ਕਰੀਏ ਇਹਨਾਂ ਚੀਜ਼ਾਂ ਨੂੰ ਸਮਝ ਕੇ ਤੇ ਇਹਨਾਂ ਉੱਤੇ ਕੰਮ ਕਰਨ ਲਈ। ਹੁਣ ਅਸੀਂ ਥੋੜ੍ਹਾ ਸਮਝਦੇ ਹਾਂ ਬ੍ਰਾਹਮਣ ਦੇ ਬਾਰੇ। ਬ੍ਰਾਹਮਣ ਦੇ ਬਾਰੇ ਜਦੋਂ ਆਪਾਂ ਸਮਝਣਾ ਹੈ ਤੇ ਕਬੀਰ ਸਾਹਿਬ ਜੀ ਨੇ ਇੱਕ ਬਚਨ ਆਖਿਆ ਬਾਣੀ ਵਿੱਚ। ਉਹ ਕਹਿੰਦੇ ਨੇ ਕਿ ਗਰਭਵਾਸ ਮੈਂ ਕੁਲ ਨਹੀਂ ਜਾਤੀ। ਜਦੋਂ ਇਹ ਜੀਵ ਮਾਤਾ ਦੇ ਉਦਰ ਵਿੱਚ ਹੁੰਦਾ ਹੈ, ਉਦੋਂ ਇਹਦੀ ਨਾ ਕੋਈ ਕੁਲ ਹੁੰਦੀ ਹੈ, ਨਾ ਇਹਦੀ ਕੋਈ ਜਾਤੀ ਹੁੰਦੀ ਹੈ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਅਸੀਂ ਜਿੰਨੇ ਵੀ ਜੀਵ ਹਾਂ, ਅਸੀਂ ਬ੍ਰਹਮ ਤੋਂ ਪੈਦਾ ਹੋਏ ਹਾਂ। ਸਾਡੇ ਵਿੱਚ ਤੇ ਬ੍ਰਹਮ ਵਿੱਚ ਕੋਈ ਭਿੰਨ ਭੇਦ ਨਹੀਂ, ਲੇਕਿਨ ਸਾਡੇ ਤੇ ਮਾਇਆ ਦਾ ਪ੍ਰਭਾਵ ਹੋਣ ਕਰਕੇ
ਅਸੀਂ ਕਿਸੇ ਅਗਿਆਨਤਾ ਵਿੱਚ ਚਲੇ ਜਾਂਦੇ ਹਾਂ, ਜਿਸ ਕਾਰਨ ਅਸੀਂ ਆਪਣੇ ਆਪ ਨੂੰ ਤੇ ਪਰਮਾਤਮਾ ਨੂੰ ਵੱਖਰਾ ਵੱਖਰਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਕਬੀਰ ਸਾਹਿਬ ਨੇ ਆਖਿਆ, ਜਦੋਂ ਅਸੀਂ ਮਾਂ ਦੇ ਉਦਰ ਵਿੱਚ ਹੁੰਦੇ ਹਾਂ, ਉਦੋਂ ਸਾਡੀ ਸਭਨਾਂ ਦੀ ਨਾ ਕੋਈ ਜਾਤੀ ਹੁੰਦੀ ਏ, ਨਾ ਕੋਈ ਕੁੱਲ ਹੁੰਦੀ ਏ, ਨਾ ਉਦੋਂ ਕੋਈ ਬ੍ਰਾਹਮਣ ਹੁੰਦਾ ਹੈ ਤੇ ਨਾ ਉਦੋਂ ਕੋਈ ਸ਼ੂਦਰ ਹੁੰਦਾ ਹੈ। ਬ੍ਰਾਹਮਣ ਵੀ ਉਸੇ ਹੀ ਮਾਂ ਦੇ ਉਦਰ ਵਿੱਚ ਟਿਕਿਆ ਹੋਇਆ ਹੈ ਤੇ ਸ਼ੂਦਰ ਵੀ ਮਾਂ ਦੇ ਉਦਰ ਵਿੱਚ ਹੀ ਟਿਕਿਆ ਹੋਇਆ ਹੈ। ਬ੍ਰਾਹਮਣ ਦੀ ਉਤਪੱਤੀ ਵੀ ਖੂਨ ਤੇ ਬਿੰਦ ਦੇ ਕਤਰੇ ਤੋਂ ਸ਼ੁਰੂ ਹੁੰਦੀ ਏ, ਸ਼ੂਦਰ ਦੀ ਉਤਪੱਤੀ ਵੀ ਉਸੇ ਹੀ ਜਗ੍ਹਾ ਤੋਂ, ਉਸੇ ਹੀ ਸਾਜੋ ਸਮਾਨ ਤੋਂ ਸ਼ੁਰੂ ਹੁੰਦੀ ਏ। ਫਿਰ ਫਰਕ ਕੀ ਏ? ਗੁਰਬਾਣੀ ਵਿੱਚ ਐਸਾ ਮੰਨਿਆ ਗਿਆ ਹੈ ਕਿ ਜਨਮ ਤੋਂ ਨਾ ਕੋਈ ਸ਼ੂਦਰ ਹੁੰਦਾ ਹੈ ਤੇ ਨਾ ਹੀ ਕੋਈ ਬ੍ਰਾਹਮਣ ਹੁੰਦਾ ਹੈ। ਗੁਰਬਾਣੀ ਦਾ ਇਹ ਮੰਨਣਾ ਹੈ ਕਿ ਜਿਹੇ ਕਰਮ ਕਮਾਏ ਸੀ ਤੇਹਾ ਹੋਏ ਸੀ। ਜਿਹੋ ਜਿਹੇ ਮਨੁੱਖ ਕਰਮ ਕਰੇਗਾ ਉਹੋ ਜਿਹਾ ਹੋ ਜਾਏਗਾ। ਜੇ ਕੋਈ ਮਾੜੇ ਕਰਮ, ਘਟੀਆ ਕਰਮ ਕਰੇਗਾ ਤੇ ਲੋਕ ਉਸ ਨੂੰ ਮਾੜਾ ਆਖਣਗੇ, ਘਟੀਆ ਆਖਣਗੇ। ਜੇ ਕੋਈ ਚੰਗੇ ਕਰਮ ਕਰੇਗਾ ਤੇ ਲੋਕ ਉਸ ਨੂੰ ਚੰਗਾ ਆਖਣਗੇ। ਦੁਰਾਚਾਰੀ ਜੇ ਬ੍ਰਾਹਮਣ ਹੋਵੇ ਤੇ ਉਹ ਵੀ ਸ਼ੂਦਰ ਹੀ ਏ, ਤੇ ਜੇ ਕੋਈ ਕਿਹਾ ਜਾਂਦਾ ਸ਼ੂਦਰ ਉੱਚ ਪਾਏ ਦੇ ਕਰਮ ਕਰੇ ਤੇ ਉਹ ਵੀ ਬ੍ਰਾਹਮਣ ਹੀ ਹੁੰਦਾ। ਕੋਈ ਵੀ ਇਹਨਾਂ 'ਚ ਫਰਕ ਨਹੀਂ ਹੁੰਦਾ, ਕੋਈ ਭਿੰਨ ਭੇਦ ਨਹੀਂ ਹੁੰਦਾ। ਭਗਤ ਕਬੀਰ ਸਾਹਿਬ ਜੀ ਨੇ ਇਸ ਗੱਲ ਨੂੰ ਬਹੁਤ ਸੁੰਦਰ ਸਾਡੇ ਸਾਹਮਣੇ ਰੱਖਿਆ। ਜਦੋਂ ਉਹ ਕਾਸ਼ੀ ਦੇ ਵਿੱਚ ਰਹਿੰਦੇ ਸਨ ਤੇ ਕਾਸ਼ੀ ਦੇ ਅੰਦਰ ਉਹਨਾਂ ਨੂੰ ਸ਼ੂਦਰ ਸ਼ੂਦਰ ਆਖ ਕੇ ਕਈ ਵਾਰੀ ਮੰਦਰ ਵਿੱਚ ਦਾਖਲ ਨਹੀਂ ਸੀ ਹੋਣ ਦਿੱਤਾ ਜਾਂਦਾ। ਇੱਥੋਂ ਤੱਕ ਸ਼ੁਰੂ ਵਿੱਚ ਉਹ ਜਿਹੜੇ ਮਹਾਂਪੁਰਸ਼ ਹੋਏ ਨੇ ਭਗਤ ਰਾਮਾਨੰਦ ਜੀ, ਉਹਨਾਂ ਦੇ ਆਸ਼ਰਮ ਵਿੱਚ ਵੀ ਉਹਨਾਂ ਨੂੰ ਦਾਖਲਾ ਨਹੀਂ ਸੀ ਮਿਲਦਾ। ਕਬੀਰ ਸਾਹਿਬ ਜੀ ਦੀ ਗੱਲ ਬ੍ਰਾਹਮਣਾਂ ਦੇ ਨਾਲ ਹੁੰਦੀ ਏ। ਉਹਦੇ ਵਿੱਚ ਕਬੀਰ ਸਾਹਿਬ ਬ੍ਰਾਹਮਣ ਨੂੰ ਸੰਬੋਧਨ ਕਰਦਿਆਂ ਆਖਦੇ ਨੇ ਕਿ ਭਈ ਮੈਨੂੰ ਇੱਕ ਗੱਲ ਦੱਸ, ਤੂੰ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣਾ ਤੇ ਮੈਨੂੰ ਤੂੰ ਸ਼ੂਦਰ ਆਖਦਾ ਹੈ। ਦੱਸ ਤੇਰੇ ਤੇ ਮੇਰੇ ਵਿੱਚ ਫਰਕ ਕੀ ਏ? ਤੇਰੇ ਅੰਦਰ ਵੀ ਖੂਨ ਏ ਤੇ ਮੇਰੇ ਅੰਦਰ ਵੀ ਖੂਨ ਏ। ਜਾਂ ਤੇ ਕੁਝ ਇਸ ਤਰ੍ਹਾਂ ਹੋਵੇ ਕਿ ਮੇਰੇ ਅੰਦਰ ਖੂਨ ਹੋਵੇ ਤੇ ਤੇਰੇ ਅੰਦਰ ਖੂਨ ਦੀ ਜਗ੍ਹਾ ਕੋਈ ਹੋਰ ਚੀਜ਼, ਯਾਨੀ ਦੁੱਧ ਵਰਗੀ ਕੋਈ ਚੀਜ਼ ਹੋਵੇ, ਤੇ ਮੰਨ ਲਿਆ ਜਾਏ ਕਿ ਤੇਰੇ ਤੇ ਮੇਰੇ ਵਿੱਚ ਫਰਕ ਏ। ਉਹਨਾਂ ਨੇ ਆਖਿਆ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਸੱਚਮੁੱਚ ਤੂੰ ਬ੍ਰਾਹਮਣ ਅਖਵਾਉਣਾ, ਮੈਨੂੰ ਤੂੰ ਸ਼ੂਦਰ ਆਖਦਾ ਹੈ, ਤੇ ਫਿਰ ਮੈਨੂੰ ਜਰਾ ਇਹ ਗੱਲ ਸਮਝਾ ਦੇ ਕਿ ਇਸ ਸੰਸਾਰ ਵਿੱਚ, ਇਸ ਧਰਤੀ ਉੱਤੇ ਜਿਸ ਰਸਤੇ ਤੋਂ ਮੇਰਾ ਆਉਣਾ ਹੋਇਆ ਹੈ, ਤੂੰ ਦੱਸ ਤੂੰ ਕਿਸੇ ਹੋਰ ਵੱਖਰੇ ਰਸਤੇ ਤੋਂ ਆਇਆ ਹੈ। ਤੇਰਾ ਵੀ ਸੰਸਾਰ ਵਿੱਚ ਆਉਣ ਦਾ ਰਸਤਾ ਉਹੋ ਹੀ ਏ ਜਿਹੜਾ ਮੇਰਾ ਸੀ, ਤੇ ਫਿਰ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੋਇਆ? ਫਿਰ ਮੈਨੂੰ ਇਹ ਵੀ ਗੱਲ ਦੱਸ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ। ਜਦੋਂ ਇਹ ਬਚਨ ਕਬੀਰ ਸਾਹਿਬ ਨੇ ਬ੍ਰਾਹਮਣ ਦੇ ਨਾਲ ਕੀਤੇ ਤੇ ਉਸਨੇ ਆਖਿਆ, ਮੈਂ ਤੇਰੀਆਂ ਗੱਲਾਂ ਨਾਲ ਸਹਿਮਤ ਹਾਂ, ਲੇਕਿਨ ਮੈਨੂੰ ਇੱਕ ਗੱਲ ਦੱਸ ਵੀ ਤੁਹਾਡੇ ਵਿੱਚ, ਯਾਨੀ ਤੁਸੀਂ ਬ੍ਰਾਹਮਣ ਕਿਸ ਨੂੰ ਆਖਦੇ ਹੋ? ਕਬੀਰ ਸਾਹਿਬ ਨੇ ਆਖਿਆ, ਕਹੋ ਕਬੀਰ, ਜੋ ਬ੍ਰਹਮ ਵਿਚਾਰੈ ਤੋ ਬ੍ਰਾਹਮਣ ਕਹੀਅਤ ਹੈ ਹਮਾਰਾ। ਜਿਹੜਾ ਵੀ ਇਨਸਾਨ ਬ੍ਰਹਮ ਦੀ ਵਿਚਾਰ ਕਰਦਾ ਹੈ, ਯਾਨੀ ਬ੍ਰਹਮ ਨੂੰ ਦੇ ਨਾਲ ਜਾਣ ਪਹਿਚਾਣ ਬਣਾਉਂਦਾ ਹੈ, ਬ੍ਰਹਮ ਦੇ ਵਿੱਚ ਆਪਣੀ ਟੁੱਟੀ ਹੋਈ ਸੁਰਤ ਨੂੰ ਲੀਨ ਕਰਦਾ ਹੈ, ਬ੍ਰਹਮ ਨੂੰ ਸਮਝ ਕੇ ਸਾਰਿਆਂ ਵਿੱਚੋਂ ਉਸ ਦਾ ਦੀਦਾਰ ਕਰਦਾ ਹੈ, ਅਸੀਂ ਉਸ ਨੂੰ ਬ੍ਰਾਹਮਣ ਆਖਦੇ ਹਾਂ। ਸੋ ਗੁਰਬਾਣੀ ਦੇ ਮੁਤਾਬਕ ਨਾ ਕੋਈ ਸ਼ੂਦਰ ਹੁੰਦਾ ਹੈ, ਨਾ ਕੋਈ ਬ੍ਰਾਹਮਣ ਹੁੰਦਾ ਹੈ। ਹਰ ਇਨਸਾਨ ਆਪਣੇ ਕਰਮਾਂ ਕਰਕੇ ਜਾਣਿਆ ਜਾਂਦਾ ਹੈ। ਇਸੇ ਲਈ ਗੁਰੂ ਸਾਹਿਬ ਨੇ ਇਹ ਜਿਹੜੀ ਸੰਗਤ ਬਣਾਈ ਸੀ, ਇਸ ਸੰਗਤ ਵਿੱਚ
ਚਾਰੋਂ ਵਰਨਾਂ ਦੇ ਲੋਕਾਂ ਨੂੰ ਆਉਣ ਵਾਸਤੇ ਪ੍ਰੇਰਨਾ ਕੀਤੀ ਸੀ। ਉਹਨਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਕਿਸੇ ਨਾਲ ਭੇਦਭਾਵ ਨਹੀਂ ਕੀਤਾ। ਸਭਨਾਂ ਨੂੰ ਆਉਣ ਵਾਸਤੇ ਸਤ ਸੰਗਤ ਵਿੱਚ ਆ ਕੇ ਬੈਠਣ ਲਈ ਪ੍ਰੇਰਨਾ ਕੀਤੀ। ਇਸੇ ਵਾਸਤੇ ਕਿ ਅਸੀਂ ਸਾਰੇ ਜਿੰਨੇ ਵੀ ਜੀਵ ਹਾਂ, ਸਾਡੀ ਉਤਪੱਤੀ ਪਰਮਾਤਮਾ ਤੋਂ ਹੋਈ ਹੈ। ਅਸੀਂ ਆਪਣੇ ਕਰਮਾਂ ਕਰਕੇ ਮਾੜੇ ਹੋ ਸਕਦੇ ਹਾਂ, ਕਰਮਾਂ ਕਰਕੇ ਚੰਗੇ ਹੋ ਸਕਦੇ ਹਾਂ। ਜਨਮ ਜਾਤ ਤੋਂ ਕੋਈ ਚੰਗਾ ਤੇ ਕੋਈ ਮਾੜਾ ਬਿਲਕੁਲ ਨਹੀਂ ਹੁੰਦਾ। ਸੋ ਇਹ ਵਿਚਾਰ ਸੀ ਬ੍ਰਹਮ ਅਤੇ ਬ੍ਰਾਹਮਣ। ਭਾਵੇਂ ਬ੍ਰਾਹਮਣ ਨੇ ਆਪਣੇ ਆਪੇ ਨੂੰ ਜਿਹੜੇ ਉਹਨਾਂ ਨੇ ਚਾਰ ਵਰਨ ਬਣਾਏ, ਅਸਲ ਵਿੱਚ ਇਹ ਵਰਨ ਵੀ ਤੇ ਬ੍ਰਾਹਮਣ ਨੇ ਬਣਾਏ ਨੇ। ਮਨੂ ਮਹਾਰਾਜ ਨੇ ਇਹ ਚਾਰ ਵਰਨ ਬਣਾਏ ਸਨ। ਭਾਵੇਂ ਉਸ ਵਕਤ ਇਹਨਾਂ ਦੀ ਜ਼ਰੂਰਤ ਹੋਵੇਗੀ, ਲੇਕਿਨ ਉਸ ਤੋਂ ਪਹਿਲਾਂ ਜਦੋਂ ਇਹ ਮਨੂ ਜੀ ਨਹੀਂ ਹੋਏ, ਉਸ ਤੋਂ ਪਹਿਲਾਂ ਚਾਰ ਵਰਨ ਹੁੰਦੇ ਹੀ ਨਹੀਂ ਸਨ। ਲੇਕਿਨ ਮਨੁੱਖ ਜਾਤੀ ਉਦੋਂ ਵੀ ਸੀ। ਸੋ ਇਹਦਾ ਮਤਲਬ ਹੈ ਮਨੁੱਖ ਜਾਤੀ ਨੂੰ ਚਾਰ ਹਿੱਸਿਆਂ ਵਿੱਚ ਬ੍ਰਾਹਮਣ ਨੇ ਹੀ ਵੰਡਿਆ ਸੀ ਤੇ ਆਪਣੇ ਆਪ ਨੂੰ ਆਖਿਆ ਮੈਂ ਬ੍ਰਹਮਾ ਦੇ ਉੱਤੋਂ ਸਿਰ ਤੋਂ ਪੈਦਾ ਹੋਇਆ, ਤੇ ਜਿਹੜੇ ਦੂਸਰੇ ਨੇ ਉਹ ਥੱਲਿਓਂ ਸਹਿਜੇ ਸਹਿਜੇ ਉਹ ਥੱਲੇ ਲੈ ਗਿਆ। ਜਿਹੜਾ ਖੱਤਰੀ ਸੀ ਉਹਨੂੰ ਆਖਿਆ ਛਾਤੀ ਤੋਂ ਪੈਦਾ ਹੋਇਆ, ਵੈਸ਼ ਨੂੰ ਆਖਿਆ ਪੱਟਾਂ ਤੋਂ ਪੈਦਾ ਹੋਇਆ, ਤੇ ਜਿਹੜਾ ਸ਼ੂਦਰ ਹੈ ਉਹ ਪੈਰਾਂ ਤੋਂ ਪੈਦਾ ਹੋਇਆ। ਆਪਾਂ ਸਮਝ ਸਕਦੇ ਹਾਂ ਇਹ ਵਿਚਾਰਧਾਰਾ ਕਿਹੋ ਜਿਹੀ ਹੈ। ਜਦੋਂ ਕਿ ਹਰ ਇਨਸਾਨ ਸੰਸਾਰ ਵਿੱਚ ਜਦੋਂ ਪੈਦਾ ਹੁੰਦਾ ਹੈ, ਪੈਦਾ ਹੋਣ ਦਾ ਤਰੀਕਾ ਇੱਕੋ ਹੀ ਹੈ। ਨਾ ਕੋਈ ਮਾਂ ਦੇ ਸਿਰ ਤੋਂ ਪੈਦਾ ਹੁੰਦਾ ਹੈ ਤੇ ਨਾ ਕੋਈ ਮਾਂ ਦੇ ਪੈਰਾਂ 'ਚੋਂ ਪੈਦਾ ਹੁੰਦਾ ਹੈ। ਅਸੀਂ ਸਾਰੇ ਜੀਵ ਇੱਕੋ ਤਰ੍ਹਾਂ ਨਾਲ ਪੈਦਾ ਹੁੰਦੇ ਹਾਂ, ਇੱਕੋ ਤਰ੍ਹਾਂ ਨਾਲ ਸਾਡੀ ਉਤਪੱਤੀ ਹੁੰਦੀ ਹੈ। ਇੱਕੋ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਇੱਕੋ ਪਾਣੀ ਅਸੀਂ ਪੀਂਦੇ ਹਾਂ, ਇੱਕੋ ਸੂਰਜ ਦੀ ਧੁੱਪ ਸਾਨੂੰ ਐਨਰਜੀ ਦਿੰਦੀ ਹੈ। ਫਿਰ ਫਰਕ ਕੀ ਹੈ? ਜੇ ਕੋਈ ਫਰਕ ਹੈ ਤੇ ਉਹ ਫਰਕ ਸਿਰਫ ਸਾਡੇ ਕਰਮਾਂ ਦਾ ਹੈ। ਅਸੀਂ ਆਪਣੇ ਕਰਮਾਂ ਨੂੰ ਦਰੁਸਤ ਕਰੀਏ, ਆਪਣੇ ਕਰਮਾਂ ਨੂੰ ਠੀਕ ਕਰੀਏ। ਸਾਡੇ ਜਦੋਂ ਕਰਮ ਚੰਗੇ ਹੋਣਗੇ ਤੇ ਅਸੀਂ ਸਹਿਜੇ ਹੀ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਸੋ ਬ੍ਰਹਮ ਵਿੱਚ ਲੀਨ ਹੋਣ ਵਾਸਤੇ ਬ੍ਰਾਹਮਣ ਦੇ ਘਰ ਜਨਮ ਲੈਣਾ ਇਹ ਜ਼ਰੂਰੀ ਨਹੀਂ। ਜੇ ਭਗਤ ਰਵਿਦਾਸ ਕਹੇ ਜਾਂਦੇ ਸ਼ੂਦਰ ਪਰਿਵਾਰ ਵਿੱਚ ਜਨਮ ਲੈ ਕੇ ਉਹ ਪਰਮੇਸ਼ਵਰ ਵਿੱਚ ਅਭੇਦ ਹੋ ਸਕਦੇ ਨੇ। ਔਰ ਭਗਤ ਰਵਿਦਾਸ ਜੀ ਦੇ ਚਰਨਾਂ ਵਿੱਚ ਵੱਡੇ ਵੱਡੇ ਬ੍ਰਾਹਮਣ ਰਾਜੇ ਰਾਣੀਆਂ ਆ ਕੇ ਮੱਥੇ ਟੇਕਦੇ ਨੇ, ਤੇ ਇਹਦਾ ਮਤਲਬ ਇਹ ਹੋਇਆ ਕਿ ਜਨਮ ਜਾਤ ਤੋਂ ਕੋਈ ਚੰਗਾ ਮਾੜਾ ਨਹੀਂ ਹੁੰਦਾ। ਉਸ ਦੇ ਕਰਮ ਹੁੰਦੇ ਨੇ, ਉਸ ਦੀ ਭਗਤੀ ਹੁੰਦੀ ਏ, ਉਸ ਦੀ ਭਾਵਨਾ ਹੁੰਦੀ ਏ। ਇਹ ਚੀਜ਼ਾਂ ਜ਼ਰੂਰ ਸਾਡੇ ਉੱਤੇ ਪ੍ਰਭਾਵ ਪਾਉਂਦੀਆਂ ਨੇ। ਸੋ ਅਸੀਂ ਯਤਨ ਕਰੀਏ ਇਸ ਸੰਸਾਰ ਵਿੱਚ ਜਿੰਨੇ ਵੀ ਪਰਮੇਸ਼ਵਰ ਦੇ ਰੂਪ ਪੈਦਾ ਹੋਏ ਨੇ, ਸਭਨਾਂ ਨੂੰ ਇੱਕੋ ਜਿਹਾ ਮੰਨ ਕੇ ਚੱਲੀਏ। ਕਿਸੇ ਵਿੱਚ ਮਨ ਕਰਕੇ ਵੀ ਭੇਦਭਾਵ ਅਸੀਂ ਨਾ ਰੱਖੀਏ। ਸੋ ਇੱਥੋਂ ਤੱਕ ਆਪਾਂ ਬ੍ਰਾਹਮਣ ਤੇ ਬ੍ਰਹਮ ਦੀ ਵਿਚਾਰ ਕੀਤੀ। ਹੁਣ ਆਪਾਂ ਵਿਚਾਰ ਕਰਦੇ ਹਾਂ ਸੁਪਨੇ ਦੀ। ਇਹ ਬਾਣੀ ਹੈ ਜਿਸ ਦਾ ਸਿਰਲੇਖ ਹੈ ਫੁਨਹੇ, ਤੇ ਫੁਨਹੇ ਦਾ ਮਤਲਬ ਹੁੰਦਾ ਹੈ ਇਹ ਸੰਸਕ੍ਰਿਤ ਦੇ ਸ਼ਬਦ ਪੁਨਹ ਤੋਂ ਬਣਿਆ ਹੋਇਆ ਹੈ। ਕਈ ਸ਼ਬਦ ਹੁੰਦੇ ਨੇ ਕਵਿਤਾ ਦੇ ਵਿੱਚ ਉਹ ਬਾਰ-ਬਾਰ ਦੁਹਰਾਏ ਜਾਂਦੇ ਨੇ। ਹਰ ਬੰਦ ਵਿੱਚ ਕਵਿਤਾ ਦੇ ਮੰਨ ਲਓ 5 ਬੰਦ ਹੋਣ ਤੇ 5 ਬੰਦਾਂ ਵਿੱਚ ਹੀ ਜਿਸ ਸ਼ਬਦ ਨੂੰ ਬਾਰ-ਬਾਰ ਦੁਹਰਾਇਆ ਜਾਏ ਉਸ ਨੂੰ ਕਹਿੰਦੇ ਨੇ ਸ਼ਬਦ ਪੁਨਹ ਪੁਨਹ ਵਰਤਿਆ ਗਿਆ। ਉਸ ਪੁਨਹ ਦਾ ਰੂਪ ਹੈ ਫੁਨਹੇ। ਸੋ ਇਸ ਜਿਹੜੀ ਇਹ ਬਾਣੀ ਹੈ ਇਹਦੇ ਵਿੱਚ ਜਿਹੜੀਆਂ 23 ਜਾਂ 24 ਪੌੜੀਆਂ ਨੇ, ਉਹਦੇ ਵਿੱਚ ਜਿਹੜਾ ਇਹ ਹਰਹਾਂ ਸ਼ਬਦ ਹੈ ਨਾ, ਥੱਲੇ ਵਾਲੀ ਪੰਕਤੀ ਤੁਸੀਂ ਪਹਿਲੇ ਪਾਸੇ ਵੇਖਦੇ ਹੋ, ਇਹ ਸਾਰੀਆਂ ਪੌੜੀਆਂ ਵਿੱਚ ਦੁਹਰਾਇਆ ਗਿਆ ਹਰਹਾਂ। ਸੋ ਇਹ ਇਸ ਲਈ ਇਸ ਬਾਣੀ ਦਾ ਨਾਂ ਹੀ ਪੁਨਹ ਸ਼ਬਦ ਤੋਂ ਫੁਨਹੇ ਬਣਿਆ ਹੋਇਆ ਰੱਖਿਆ ਗਿਆ ਹੈ ਕਿ ਇਹਦੇ ਵਿੱਚ ਇਹ ਸ਼ਬਦ ਬਾਰ-ਬਾਰ ਦੁਹਰਾਇਆ ਗਿਆ ਹੈ। ਇਹ ਇਸ ਸ਼ਬਦ ਦੇ ਅਸਲ ਵਿੱਚ ਜਿਹੜੇ ਅਰਥ ਨੇ ਉਹ ਹਨ ਹੇ ਸਖੀ, ਹੇ ਮੇਰੀ ਸਹੇਲੀ, ਜਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਹੇ ਸਤ ਸੰਗੀਓ।
ਇਹ ਮੇਰੇ ਸਤਸੰਗੀ ਜਨੋ। ਸੋ ਇਸ ਨੂੰ ਅਸੀਂ ਸਿਰਫ ਇੰਨਾ ਕੁ ਧਿਆਨ 'ਚ ਰੱਖਣਾ ਹੈ ਕਿ ਇਸ ਬਾਣੀ ਦਾ ਨਾਂ ਫੁਨ ਹੈ, ਇਸ ਕਰਕੇ ਆ ਕਿ ਇਸ ਬਾਣੀ ਵਿੱਚ ਹਰ ਹਾਂ ਸ਼ਬਦ ਜਿਹੜਾ ਹੈ ਉਹ ਬਾਰ-ਬਾਰ ਦੁਹਰਾਇਆ ਗਿਆ ਹੈ। ਹੁਣ ਅਸੀਂ ਇਸ ਪੌੜੀ ਵਿੱਚੋਂ ਜਿਹੜੀ ਪੌੜੀ ਨੰਬਰ 13 ਇਹਦੇ ਵਿੱਚ ਗੱਲ ਗੁਰੂ ਜੀ ਨੇ ਸੁਪਨੇ ਦੀ ਕੀਤੀ ਹੈ। ਸੋ ਪਹਿਲਾਂ ਆਪਾਂ ਥੋੜ੍ਹਾ ਜਿਹਾ ਸੁਪਨੇ ਬਾਰੇ ਸਮਝ ਲਈਏ, ਫਿਰ ਗੁਰੂ ਜੀ ਨੇ ਜੋ ਆਪਣੇ ਸੁਪਨੇ ਬਾਰੇ ਗੱਲ ਸਾਡੇ ਨਾਲ ਸਾਂਝੀ ਕੀਤੀ ਆਪਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੁਪਨਾ ਕੀ ਹੈ, ਪਹਿਲਾਂ ਆਪਾਂ ਇਸ ਨੂੰ ਥੋੜ੍ਹਾ ਜਿਹਾ ਸਮਝ ਲੈਂਦੇ ਹਾਂ। ਸਾਡੀ ਆਤਮਾ ਦੀਆਂ 4 ਅਵਸਥਾਵਾਂ ਮੰਨੀਆਂ ਜਾਂਦੀਆਂ ਨੇ, ਜਾਗਰਿਤ, ਸੁਪਨ, ਸੁਖੋਪਤ ਤੇ ਤੁਰੀਆ। ਇਹ 4 ਅਵਸਥਾਵਾਂ ਨੇ ਸਾਡੀ ਆਤਮਾ ਦੀਆਂ। ਜਿਹੜੀ ਤੁਰੀਆ ਅਵਸਥਾ, ਤੁਰੀਆ ਦਾ ਅਰਥ ਹੁੰਦਾ ਚੌਥੀ ਅਵਸਥਾ। ਇਹ ਜਿਹੜੀ ਚੌਥੀ ਅਵਸਥਾ ਹੈ, ਅੱਜ ਅਸੀਂ ਇਹਦੇ 'ਤੇ ਕੋਈ ਗੱਲ ਨਹੀਂ ਕਰਾਂਗੇ। ਪਹਿਲੀਆਂ ਜਿਹੜੀਆਂ 3 ਅਵਸਥਾਵਾਂ ਨੇ, ਜਾਗਰਿਤ, ਸੁਪਨ ਤੇ ਸੁਖੋਪਤ, ਇਹਨੂੰ ਹਿੰਦੀ ਵਾਲੇ ਸੁਸ਼ੋਪਤੀ ਵੀ ਕਹਿੰਦੇ ਨੇ। ਸੋ ਇਹ ਜਿਹੜੀਆਂ 3 ਅਵਸਥਾਵਾਂ ਨੇ, ਜਾਗਰਿਤ ਅਵਸਥਾ ਵਿੱਚ ਜਿਵੇਂ ਅਸੀਂ ਹੁਣ ਹਾਂ, ਸਾਡੇ 5 ਕਰਮ ਇੰਦਰੇ, ਸਾਡੇ 5 ਗਿਆਨ ਇੰਦਰੇ, ਸਾਡਾ ਅੰਤःਕਰਨ, ਇਹ ਐਕਟਿਵ ਹੁੰਦੇ ਨੇ, ਇਹ ਜਾਗਰਿਤ ਅਵਸਥਾ ਵਿੱਚ ਹੁੰਦੇ ਨੇ, ਇਹ ਕੰਮ ਕਰਨ ਨੂੰ ਤਿਆਰ ਬਰ ਤਿਆਰ ਹੁੰਦੇ ਨੇ। ਇਸ ਨੂੰ ਜਾਗਰਿਤ ਅਵਸਥਾ ਆਖਦੇ ਨੇ। ਫਿਰ ਇੱਕ ਹੁੰਦੀ ਅਵਸਥਾ ਸੁਪਨੇ ਤੋਂ ਬਾਅਦ ਦੀ, ਜਿਹਨੂੰ ਸੁਸ਼ੋਪਤੀ ਕਹਿੰਦੇ ਨੇ, ਸੁਖੋਪਤੀ ਕਹਿੰਦੇ ਨੇ। ਉਹ ਅਵਸਥਾ ਹੈ ਗਹਿਰੀ ਨੀਂਦ ਦੀ ਅਵਸਥਾ, ਜਿਹਦੇ ਵਿੱਚ ਸਾਡਾ ਕੋਈ ਵੀ ਕਰਮ ਇੰਦਰਾ ਜਿਹੜਾ ਉਹ ਜਾਗਰਿਤ ਨਹੀਂ ਹੁੰਦਾ। ਉਹਦੇ ਵਿੱਚ ਇੱਥੋਂ ਤੱਕ ਕਹਿੰਦੇ ਨੇ ਮਨ ਵੀ ਆਰਾਮ ਕਰਦਾ ਹੁੰਦਾ ਹੈ। ਸਾਡੇ 5 ਕਰਮ ਇੰਦਰੇ, 5 ਗਿਆਨ ਇੰਦਰੇ, ਸਾਡਾ ਪੂਰਾ ਅੰਤःਕਰਨ, ਇਹ ਆਰਾਮ ਵਾਲੀ ਅਵਸਥਾ ਵਿੱਚ ਹੁੰਦੇ ਨੇ। ਲੇਕਿਨ ਉਦੋਂ ਜੇ ਕੋਈ ਜਾਗਦਾ ਹੈ ਤੇ ਉਦੋਂ ਸਾਡਾ ਆਪਣਾ ਆਪਾ ਸੁਚੇਤ ਹੁੰਦਾ ਹੈ, ਜਾਗਦਾ ਹੁੰਦਾ ਹੈ, ਜਿਹੜਾ ਸਾਨੂੰ ਬਾਅਦ ਵਿੱਚ ਦੱਸਦਾ ਏ ਕਿ ਅੱਜ ਮੈਂ ਗਹਿਰੀ ਨੀਂਦ ਵਿੱਚ ਚਲਾ ਗਿਆ ਸਾਂ। ਇਹਨਾਂ ਦੋਵਾਂ ਅਵਸਥਾਵਾਂ ਦੇ ਵਿਚਕਾਰ ਹੁੰਦੀ ਏ ਸੁਪਨ ਅਵਸਥਾ। ਜਾਗਰਿਤ ਵਿੱਚ ਅਸੀਂ ਸੁਪਨਾ ਨਹੀਂ ਵੇਖਦੇ। ਉਂਝ ਇੱਕ ਵੱਖਰੀ ਗੱਲ ਏ ਕਿ ਅਸੀਂ ਜਾਗਦੇ ਹੋਏ ਵੀ ਬਹੁਤ ਸਾਰੇ ਸੁਪਨੇ ਲੈਂਦੇ ਹਾਂ, ਲੇਕਿਨ ਅਸੀਂ ਗੱਲ ਉਹਨਾਂ ਸੁਪਨਿਆਂ ਦੀ ਅੱਜ ਕਰਨੀ ਹੈ ਜਿਹੜੇ ਸੁਪਨੇ ਅਸੀਂ ਸੌਂ ਕੇ ਲੈਂਦੇ ਹਾਂ, ਆਰਾਮ ਵਾਲੀ ਅਵਸਥਾ ਵਿੱਚ ਜਾ ਕੇ ਲੈਂਦੇ ਹਾਂ। ਉਹ ਸੁਪਨੇ ਕਦੋਂ ਆਉਣੇ ਸ਼ੁਰੂ ਹੁੰਦੇ ਨੇ? ਸਾਡੇ ਮਨ ਦੀਆਂ 3 ਅਵਸਥਾਵਾਂ ਹਨ। ਅਸੀਂ ਪਹਿਲਾਂ ਆਤਮਾ ਦੀਆਂ 4 ਅਵਸਥਾਵਾਂ ਸਮਝੀਆਂ ਨੇ, ਮਨ ਦੀਆਂ ਵੀ 3 ਅਵਸਥਾਵਾਂ ਨੇ। ਪਹਿਲਾਂ ਹੁੰਦਾ ਹੈ ਚੇਤਨ, ਫਿਰ ਹੁੰਦਾ ਹੈ ਅਖੀਰ ਤੇ ਅਚੇਤਨ, ਉਹਦੇ ਵਿਚਕਾਰ ਇੱਕ ਹੁੰਦਾ ਹੈ ਅਰਧ ਚੇਤਨ। ਇਹ ਮਨ ਦੀਆਂ 3 ਅਵਸਥਾਵਾਂ ਨੇ। ਚੇਤਨ ਅਵਸਥਾ ਹੋਣੇ, ਅਚੇਤਨ ਅਵਸਥਾ ਗਹਿਰੀ ਨੀਂਦ ਵਿੱਚ ਹੁੰਦੀ ਏ, ਤੇ ਅਰਧ ਚੇਤਨ ਇਹਨਾਂ ਦੋਹਾਂ ਦੇ ਵਿਚਕਾਰ ਹੁੰਦੀ ਹੈ ਜਦੋਂ ਸਾਨੂੰ ਸੁਪਨੇ ਆਉਂਦੇ ਨੇ। ਇਹ ਜਿਹੜੇ ਸਾਡੇ ਸੁਪਨੇ ਨੇ, ਸਾਡਾ ਜਿਹੜਾ ਅਚੇਤਨ ਮਨ ਹੈ, ਉਹਦੇ ਵਿੱਚ ਸਾਡੇ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ ਜਾਗਰਿਤ ਅਵਸਥਾ ਵਿੱਚ, ਉਹ ਇਕੱਠੇ ਹੁੰਦੇ ਰਹਿੰਦੇ ਨੇ। ਉਹਨਾਂ ਇਕੱਠੇ ਹੋਏ ਸਾਡੇ ਵਿਚਾਰਾਂ ਵਿੱਚੋਂ, ਸਾਡੀ ਸੋਚ ਵਿੱਚੋਂ, ਸਾਡੇ ਕਰਮਾਂ ਵਿੱਚੋਂ, ਜਦੋਂ ਅਸੀਂ ਉਸ ਸੁਪਨ ਵਾਲੀ ਅਵਸਥਾ ਵਿੱਚ ਹੁੰਦੇ ਹਾਂ, ਨਾ ਅਸੀਂ ਜਾਗਰਿਤ ਹੁੰਦੇ ਹਾਂ ਤੇ ਨਾ ਗਹਿਰੀ ਨੀਂਦ ਵਿੱਚ ਗਏ ਹੁੰਦੇ ਹਾਂ, ਉਸ ਵਕਤ ਸਾਡਾ ਮਨ ਉਸ ਅਵਚੇਤਨ ਤੋਂ ਅਰਧ ਚੇਤਨ ਵਿੱਚ ਹੋ ਕੇ ਸਾਡੇ ਸਾਹਮਣੇ ਕੋਈ ਵਿਚਾਰ ਲਿਆਉਂਦਾ ਹੈ। ਉਹਨਾਂ ਵਿਚਾਰਾਂ ਨੂੰ ਅਸੀਂ ਸੁਪਨਾ ਆਖਦੇ ਹਾਂ। ਉਹ ਜਿਹੜੇ ਸੁਪਨੇ ਨੇ, ਅਸੀਂ ਕਈ ਵਾਰੀ ਆਖਦੇ ਹਾਂ ਕਿ ਸੁਪਨੇ ਸੱਚ ਨਹੀਂ ਹੁੰਦੇ, ਸੁਪਨੇ ਝੂਠ ਹੁੰਦੇ ਨੇ। ਗੁਰਬਾਣੀ ਵਿੱਚ ਇੱਕ ਬਚਨ ਲਿਖਿਆ ਗੁਰੂ ਮਹਾਰਾਜ ਜੀ ਨੇ। ਬਚਨ ਇਹ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਉੱਥੇ ਗੁਰੂ ਜੀ ਨੇ ਇਹ ਗੱਲ ਲਿਖੀ ਹੈ ਕਿ ਇੱਕ ਰਾਜਾ
ਸੁਪਨੇ ਵਿੱਚ ਚਲਾ ਗਿਆ ਤੇ ਰਾਜ ਭਾਗ ਦੇ ਹੁੰਦਿਆਂ ਉਹ ਭਿਖਾਰੀ ਬਣ ਗਿਆ। ਸੁਪਨੇ ਵਿੱਚ ਭਿਖਾਰੀ ਵੀ ਇਹੋ ਜਿਹਾ ਬਣਿਆ ਕਿ ਉਹਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ, ਪਿੱਛਿਆ ਵੀ ਨਹੀਂ ਮਿਲ ਰਹੀ। ਇਹੋ ਜਿਹੀ ਅਵਸਥਾ ਵਿੱਚ ਉਹਨੂੰ ਜਾਗ ਆਉਂਦੀ ਏ। ਤੇ ਆਪਾਂ ਇਹਦੀ ਅੱਗੇ ਗੱਲ ਕਰਦੇ ਹਾਂ, ਪਰ ਗੁਰੂ ਜੀ ਕਹਿੰਦੇ ਨੇ ਸੋ ਗਤ ਭਈ ਹਮਾਰੀ। ਸਾਡੀ ਅਵਸਥਾ ਇੱਥੇ ਗਤ ਦਾ ਮਤਲਬ ਹੈ ਹਾਲਤ। ਸਾਡੀ ਹਾਲਤ ਵੀ ਕਿਤੇ ਉਹੋ ਜਿਹੀ ਤੇ ਨਹੀਂ ਹੋਈ। ਅਸੀਂ ਵੇਖਣਾ ਹੈ ਕਿ ਅਸੀਂ ਵੀ ਕਿਤੇ ਰਾਜੇ ਹੋਈਏ ਤੇ ਇੱਕ ਅਜਿਹਾ ਸੁਪਨਾ ਵੇਖ ਰਹੇ ਹੋਈਏ ਜੇ ਸੁਪਨੇ ਵਿੱਚ ਅਸੀਂ ਆਪਣੀ ਸਾਰੀ ਲੰਮੀ ਜ਼ਿੰਦਗੀ ਭਿਖਾਰੀਆਂ ਦੀ ਤਰ੍ਹਾਂ ਗੁਜ਼ਾਰ ਕੇ ਚਲੇ ਜਾਈਏ। ਇਹ ਗੱਲ ਅਸੀਂ ਆਪਣੇ ਆਪ ਵੇਖਣੀ ਹੈ। ਹੁਣ ਇਸੇ ਗੱਲ ਦਾ ਜ਼ਿਕਰ ਪੁਰਾਣਿਕ ਕਥਾਵਾਂ ਵਿੱਚ ਕੀਤਾ ਗਿਆ ਹੈ। ਪੁਰਾਣਿਕ ਕਥਾਵਾਂ ਵਿੱਚ ਇਸੇ ਗੱਲ ਨੂੰ ਰਾਜੇ ਜਨਕ ਨਾਲ ਜੋੜਿਆ ਗਿਆ ਹੈ ਕਿ ਰਾਜਾ ਜਨਕ ਸੁੱਤੇ ਹੋਏ ਸਨ, ਸੁਪਨਾ ਆਇਆ, ਸੁਪਨੇ ਵਿੱਚ ਭਿਖਾਰੀ ਬਣ ਗਏ, ਉੱਬੜਵਾਏ ਉੱਠੇ ਤੇ ਵੇਖਿਆ ਕਿ ਮੈਂ ਭਿਖਾਰੀ ਬਣਿਆ ਸਾਂ, ਮੈਂ ਤਾਂ ਰਾਜਾ ਹਾਂ। ਆਪਣੇ ਗੁਰੂ ਦੇ ਕੋਲ ਗਏ, ਅਸ਼ਟਾਵਕਰ ਜੀ ਦੇ ਕੋਲ। ਉਹਨਾਂ ਨੂੰ ਆਖਣ ਲੱਗੇ ਕਿ ਮੈਨੂੰ ਇੱਕ ਇਸ ਤਰ੍ਹਾਂ ਦਾ ਸੁਪਨਾ ਆਇਆ ਹੈ, ਮੈਂ ਇਹ ਪੁੱਛਣਾ ਚਾਹੁੰਦਾ ਕਿ ਉਹ ਸੱਚ ਸੀ ਕਿ ਇਹ ਸੱਚ ਹੈ। ਹੁਣ ਇਸ ਵਕਤ ਮੈਂ ਰਾਜ ਭਾਗ ਦਾ ਮਾਲਕ ਹਾਂ, ਮੈਂ ਰਾਜਾ ਹਾਂ, ਸੁਪਨੇ ਵਿੱਚ ਮੈਂ ਭਿਖਾਰੀ ਸਾਂ। ਇਹਨਾਂ ਦੋਵਾਂ ਵਿੱਚੋਂ ਸੱਚ ਕੀ ਹੈ? ਜਦੋਂ ਮੈਂ ਸੁਪਨਾ ਵੇਖ ਰਿਹਾ ਸਾਂ ਉਦੋਂ ਸੱਚਮੁੱਚ ਹੀ ਮੈਂ ਆਪਣੇ ਆਪ ਨੂੰ ਭਿਖਾਰੀ ਮੰਨ ਰਿਹਾ ਸਾਂ, ਭਿਖਾਰੀ ਹੀ ਸਮਝ ਰਿਹਾ ਸਾਂ। ਤੇ ਅਸ਼ਟਾਵਕਰ ਜੀ ਨੇ ਆਖਿਆ ਸੀ, ਰਾਜਨ, ਨਾ ਉਹ ਸੱਚ ਹੈ ਨਾ ਇਹ ਸੱਚ ਹੈ, ਇਹਨਾਂ ਦੋਵਾਂ ਵਿੱਚੋਂ ਕੁਝ ਵੀ ਸੱਚ ਨਹੀਂ। ਅਸੀਂ ਸਾਰੇ ਇਸੇ ਤਰ੍ਹਾਂ ਹੀ ਮੰਨਦੇ ਹਾਂ ਕਿ ਸੁਪਨੇ ਸੱਚ ਨਹੀਂ ਹੁੰਦੇ। ਮੈਂ ਤੁਹਾਡੇ ਨਾਲ ਇਹਦਾ ਦੂਜਾ ਪਾਸਾ ਅੱਜ ਸਾਂਝਾ ਕਰਨਾ ਚਾਹੁੰਦਾ ਕਿ ਸੁਪਨੇ ਸੱਚ ਵੀ ਹੁੰਦੇ ਨੇ। ਜਿਹੜਾ ਅਸੀਂ ਇਹ ਸੁਪਨਾ ਵੇਖ ਰਹੇ ਹਾਂ ਜਾਗਰਿਤ ਅਵਸਥਾ ਵਿੱਚ, ਇਹ ਵੀ ਸੱਚ ਹੈ। ਤੇ ਜਿਹੜਾ ਸੁਪਨਾ ਅਸੀਂ ਰਾਤ ਨੂੰ ਸੁੱਤਿਆਂ ਪਿਆਂ ਵੇਖਦੇ ਹਾਂ, ਉਹ ਸੁਪਨਾ ਵੀ ਸੱਚ ਹੁੰਦਾ ਹੈ। ਇਹ ਝੂਠ ਕਿਵੇਂ ਹੁੰਦਾ ਹੈ? ਰਾਤੀ ਵਾਲਾ ਸੁਪਨਾ ਤੇ ਦਿਨ ਵਾਲਾ ਸੁਪਨਾ। ਰਾਤ ਵਾਲਾ ਸੁਪਨਾ ਉਦੋਂ ਝੂਠ ਹੁੰਦਾ ਹੈ ਜਦੋਂ ਜਾਗ ਆਉਂਦੀ ਹੈ। ਦਿਨ ਵਾਲਾ ਸੁਪਨਾ ਉਦੋਂ ਝੂਠ ਹੁੰਦਾ ਹੈ ਜਦੋਂ ਸਾਡੀ ਅਗਿਆਨਤਾ ਮਿਟਦੀ ਹੈ ਜਾਂ ਜਦੋਂ ਸਾਡੀ ਆਤਮਾ ਇਸ ਸਰੀਰ ਦਾ ਤਿਆਗ ਕਰਦੀ ਹੈ। ਉਸ ਵਕਤ ਇਹ ਦਿਨੇ ਵੇਖਿਆ ਜਾਣ ਵਾਲਾ ਸੁਪਨਾ ਵੀ ਝੂਠ ਹੁੰਦਾ ਹੈ। ਉਸ ਤੋਂ ਪਹਿਲਾਂ ਇਹ ਸੁਪਨਾ ਵੀ ਸੱਚ ਹੈ। ਤੇ ਜਿੰਨਾ ਚਿਰ ਸੁੱਤਿਆਂ ਪਿਆਂ ਸਾਡੀ ਅੱਖ ਨਹੀਂ ਖੁੱਲ੍ਹਦੀ, ਅਸੀਂ ਸੁਪਨਾ ਵੇਖਦੇ ਹਾਂ। ਅੱਖ ਖੁੱਲ੍ਹਣ ਤੋਂ ਪਹਿਲਾਂ ਤੱਕ ਉਹ ਸੁਪਨਾ ਵੀ ਸੱਚ ਹੁੰਦਾ ਹੈ। ਸਾਡੇ ਮਨ 'ਚ ਸਵਾਲ ਤੇ ਪੈਦਾ ਹੋਏਗਾ ਵੀ ਉਹ ਸੱਚ ਕਿਵੇਂ ਆ ਸੁਪਨਾ? ਤੁਸੀਂ ਸੁਪਨੇ ਵਿੱਚ ਵੇਖਿਆ ਹੋਏਗਾ ਕਿ ਕਈ ਵਾਰੀ ਸੁਪਨੇ ਦਾ ਪ੍ਰਭਾਵ ਸਾਡੇ ਸਰੀਰ ਉੱਤੇ ਤੇ ਸਾਡੇ ਮਨ ਉੱਤੇ ਇੰਨਾ ਜ਼ਿਆਦਾ ਪੈ ਜਾਂਦਾ ਹੈ ਕਿ ਸੁਪਨੇ ਦੇ ਵਿੱਚ ਜੋ ਕੁਝ ਅਸੀਂ ਵੇਖਿਆ ਉਸ ਦੇ ਕਾਰਨ ਅਸੀਂ ਖੁਸ਼ ਵੀ ਹੁੰਦੇ ਹਾਂ ਤੇ ਅਸੀਂ ਦੁਖੀ ਵੀ ਹੁੰਦੇ ਹਾਂ। ਕਈ ਵਾਰੀ ਜਦੋਂ ਸਾਨੂੰ ਜਾਗ ਆਉਂਦੀ ਹੈ, ਸਾਡੇ ਸਰੀਰ ਨੂੰ ਪਸੀਨਾ ਆਇਆ ਹੁੰਦਾ ਹੈ, ਸਾਡਾ ਦਿਲ ਬੜਾ ਤੇਜ਼ ਧੜਕ ਰਿਹਾ ਹੁੰਦਾ ਹੈ। ਇਹਦਾ ਮਤਲਬ ਹੈ ਕਿ ਉਸ ਸੁਪਨੇ ਦਾ ਪ੍ਰਭਾਵ ਸਾਡੇ ਤਨ ਉੱਤੇ ਵੀ ਪਿਆ। ਔਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹਾਂਗਾ, ਉਹ ਇਹ ਕਿ ਜਿਹੜੀ ਮਸਕੀਨ ਜੀ ਨੇ ਆਖੀ, ਉਹਨਾਂ ਨੇ ਆਖਿਆ ਸੁਪਨੇ ਵਿੱਚ ਕਈ ਵਾਰੀ ਲੋਕ ਦੁਰਾਚਾਰ ਕਰਦੇ ਨੇ। ਜਿਸ ਵਕਤ ਉਹ ਦੁਰਾਚਾਰੀ ਹੁੰਦੇ ਨੇ, ਉਸ ਵਕਤ ਉਹਨਾਂ ਦਾ ਮਨ ਤੇ ਉਹਨਾਂ ਦਾ ਤਨ ਦੋਵੇਂ ਹੀ ਉਸ ਸੁਪਨੇ ਤੋਂ ਪ੍ਰਭਾਵਿਤ ਹੁੰਦੇ ਨੇ। ਸੋ ਇਹ ਗੱਲ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਸੁਪਨੇ ਦੇ ਅੰਦਰ ਕਈ ਵਾਰੀ ਉਹ ਸੁਪਨਾ ਸਾਡੇ 'ਤੇ ਇੰਨਾ ਗਹਿਰਾ ਪ੍ਰਭਾਵ ਪਾਉਂਦਾ ਹੈ ਕਿ ਲੋਕ ਸੁੱਤੇ ਬੋਲਣ ਲੱਗ ਪੈਂਦੇ ਨੇ, ਗੱਲਾਂ ਕਰਨ ਲੱਗ ਪੈਂਦੇ ਨੇ। ਲਾਗੇ ਜਿਹੜਾ ਸੁੱਤਾ ਹੁੰਦਾ ਹੈ ਉਹਦੀਆਂ ਗੱਲਾਂ ਸੁਣ ਰਿਹਾ ਹੁੰਦਾ ਹੈ। ਕਈ ਵਾਰੀ ਲੋਕ ਸੁੱਤੇ ਉੱਠ ਕੇ ਬੈਠ ਜਾਂਦੇ ਨੇ
ਸੁਪਨੇ ਵਿੱਚ ਸੁੱਤੇ ਹੋਏ। ਕਈ ਵਾਰੀ ਸੁੱਤੇ ਸੁੱਤੇ ਲੋਕ ਉੱਠ ਕੇ ਤੁਰਨ ਲੱਗ ਪੈਂਦੇ ਨੇ ਸੁਪਨੇ ਵਿੱਚ, ਲੇਕਿਨ ਅਜੇ ਸੁੱਤੇ ਹੋਏ ਨੇ, ਅਜੇ ਜਾਗਰਿਤ ਅਵਸਥਾ ਵਿੱਚ ਆਏ ਨਹੀਂ, ਲੇਕਿਨ ਉਹ ਗੱਲਾਂ ਵੀ ਕਰਨ ਲੱਗ ਪਏ, ਉਹ ਉੱਠ ਕੇ ਬੈਠ ਵੀ ਗਏ, ਉਹ ਤੁਰਨ ਵੀ ਲੱਗ ਪਏ। ਇਹਦਾ ਮਤਲਬ ਹੈ ਸੁਪਨੇ ਦਾ ਸਾਡੇ ਮਨ ਤੇ ਸਾਡੇ ਤਨ ਦੋਵਾਂ ਉੱਤੇ ਗਹਿਰਾ ਅਸਰ ਪੈਂਦਾ ਹੈ, ਤੇ ਜਿੰਨਾ ਚਿਰ ਸਾਡੀ ਅੱਖ ਨਹੀਂ ਖੁੱਲ੍ਹਦੀ ਉਹਨਾਂ ਚਿਰ ਉਹ ਸੁਪਨਾ ਸਾਨੂੰ ਸੱਚ ਮਹਿਸੂਸ ਹੁੰਦਾ ਹੈ। ਜੇ ਸੱਚ ਮਹਿਸੂਸ ਨਾ ਹੁੰਦਾ ਹੋਵੇ ਤੇ ਸਾਡੇ ਮਨ ਤੇ ਸਾਡੇ ਤਨ ਤੇ ਉਸ ਦਾ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ, ਲੇਕਿਨ ਅਸੀਂ ਪ੍ਰਭਾਵਿਤ ਹੁੰਦੇ ਹਾਂ। ਹੁਣ ਸਿਆਣੇ ਲੋਕ ਇੱਕ ਗੱਲ ਹੋਰ ਕਹਿੰਦੇ ਨੇ, ਉਹ ਕਹਿੰਦੇ ਨੇ ਸੁਪਨਾ ਇਸ ਤਰ੍ਹਾਂ ਵੀ ਸੱਚ ਹੈ, ਕੇਵਲ ਇਹ ਝੂਠ ਹੀ ਨਹੀਂ ਕਿ ਆ ਸਾਰਾ ਸੰਸਾਰ ਵੀ ਝੂਠਾ ਹੈ, ਮੈਂ ਵੀ ਝੂਠਾ, ਸੁਪਨੇ ਵੀ ਝੂਠੇ, ਸਭ ਕੁਝ ਝੂਠਾ ਨਹੀਂ। ਇਸ ਇਹਨੂੰ ਝੂਠ ਹੋਣ ਦੀ ਇੱਕ ਅਵਸਥਾ ਹੈ ਤੇ ਇਹਦੇ ਸੱਚ ਸਾਬਤ ਹੋਣ ਦੀ ਵੀ ਇੱਕ ਅਵਸਥਾ ਹੁੰਦੀ ਹੈ। ਜਿਵੇਂ ਅਸੀਂ ਇਸ ਜਾਗਰਿਤ ਅਵਸਥਾ ਵਿੱਚ ਕਰਮ ਕਰਦੇ ਹਾਂ, ਉਹਨਾਂ ਕੀਤੇ ਹੋਏ ਕਰਮਾਂ ਦਾ ਪ੍ਰਭਾਵ ਸਾਡੇ ਮਨ ਤੇ ਪੈਂਦਾ ਹੈ। ਸਾਡਾ ਮਨ ਸਾਡੇ ਕੀਤੇ ਹੋਏ ਕਰਮਾਂ ਦੁਆਰਾ ਮੈਲਾ ਵੀ ਹੁੰਦਾ ਹੈ ਤੇ ਸਾਡਾ ਮਨ ਨਿਰਮਲ ਵੀ ਹੁੰਦਾ ਹੈ। ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ, ਦੁਰਾਚਾਰ ਕਰਦੇ ਹਾਂ, ਉਦੋਂ ਸਾਡੇ ਮਨ ਨੂੰ ਮੈਲ ਲੱਗਦੀ ਏ, ਲੇਕਿਨ ਜਦੋਂ ਅਸੀਂ ਸਦਾਚਾਰ ਕਰਦੇ ਹਾਂ, ਚੰਗੇ ਕਰਮ ਕਮਾਉਂਦੇ ਹਾਂ, ਉਦੋਂ ਸਾਡਾ ਮਨ ਪਵਿੱਤਰ ਵੀ ਹੁੰਦਾ ਹੈ। ਇਸੇ ਤਰ੍ਹਾਂ ਸੁਪਨੇ ਦੇ ਅੰਦਰ ਜਦੋਂ ਅਸੀਂ ਮਾੜੇ ਸੁਪਨੇ ਵੇਖਦੇ ਹਾਂ ਸਾਡਾ ਮਨ ਮੈਲਾ ਹੁੰਦਾ, ਤੇ ਜਦੋਂ ਅਸੀਂ ਚੰਗੇ ਸੁਪਨੇ ਵੇਖਦੇ ਹਾਂ, ਸਾਧ ਸੰਗਤ ਵਿੱਚ ਜਾਂਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਉਸ ਸੁਪਨੇ ਦੇ ਕਾਰਨ ਸਾਡਾ ਮਨ ਨਿਰਮਲ ਜਾਂ ਪਵਿੱਤਰ ਵੀ ਹੁੰਦਾ ਹੈ। ਜੇ ਇਹ ਗੱਲ ਨਾ ਹੁੰਦੀ ਹੋਵੇ ਸੁਪਨੇ ਵਾਲੀ, ਤੇ ਕਬੀਰ ਸਾਹਿਬ ਕਿਉਂ ਕਹਿੰਦੇ, ਕਬੀਰ ਸੁਪਨੇ ਹੂੰ ਬਰਡਾਏ ਕੈ जेह मुख निकसै राम ताके पग की पान ही मेरे तन को चाम। जे सुत्तियां पिया सुपने विच भी किसी मनुख दे मूहों राम शब्द निकले, ओनू परमेश्वर दा नाम चेते आवे सुपने विच, ਉਹ ਸੁਪਨੇ ਵਿੱਚ ਸਤ ਸੰਗਤ ਕਰੇ, ਉਹ ਸੁਪਨੇ ਵਿੱਚ ਬਾਣੀ ਦਾ ਪਾਠ ਕਰੇ, ਉਹ ਸੁਪਨੇ ਵਿੱਚ ਸੇਵਾ ਕਰੇ। ਤੇ ਕਹਿੰਦੇ ਨੇ ਇਹੋ ਜਿਹੇ ਮਹਾਂਪੁਰਸ਼ ਦੇ ਪੈਰਾਂ ਵਿੱਚ ਪਾਉਣ ਲਈ ਮੇਰੇ ਸਰੀਰ ਦੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਪਾ ਦਿੱਤੀਆਂ ਜਾਣ। ਇੰਨਾ ਵੱਡਾ ਉਸ ਨੂੰ ਸਤਿਕਾਰ ਦਿੰਦੇ ਨੇ ਭਗਤ ਕਬੀਰ ਸਾਹਿਬ। ਜੇਕਰ ਸੱਚਮੁੱਚ ਹੀ ਉਹ ਸੁਪਨੇ ਦਾ ਪ੍ਰਭਾਵ ਸਾਡੇ ਮਨ ਤੇ ਨਾ ਪੈਂਦਾ ਹੋਵੇ, ਫਿਰ ਸ਼ਾਇਦ ਕਬੀਰ ਜੀ ਇਹ ਗੱਲ ਨਾ ਕਹਿੰਦੇ। ਇਹਦਾ ਮਤਲਬ ਹੈ ਸੁਪਨੇ ਦਾ ਪ੍ਰਭਾਵ ਸਾਡੇ ਮਨ ਤੇ ਸਾਡੇ ਤਨ ਦੋਵਾਂ ਉੱਤੇ ਪੈਂਦਾ ਹੈ। ਇਸ ਬਿਨਾਂ ਤੇ ਉਹ ਸੁਪਨਾ ਓਨਾ ਚਿਰ ਲਈ ਸੱਚ ਹੁੰਦਾ ਹੈ ਜਿੰਨਾ ਚਿਰ ਤੱਕ ਸਾਡੀ ਅੱਖ ਨਹੀਂ ਖੁੱਲ੍ਹਦੀ। ਹੁਣ ਅਸੀਂ ਇਸ ਜਾਗਰਤ ਸੁਪਨੇ ਦੀ ਵੀ ਗੱਲ ਕਰ ਲਈਏ। ਇਹਦੇ ਵਿੱਚ ਵੀ ਸਾਡਾ ਮਨ ਤੇ ਸਾਡਾ ਤਨ ਦੋਵੇਂ ਪ੍ਰਭਾਵਿਤ ਹੁੰਦੇ ਨੇ। ਜਦੋਂ ਸਾਨੂੰ ਗੁਰੂ ਜਨ, ਸਾਨੂੰ ਮਹਾਂਪੁਰਸ਼ ਇਹ ਗੱਲ ਆਖਦੇ ਨੇ ਕਿ ਤੁਸੀਂ ਇਸ ਜੀਵਨ ਵਿੱਚ ਚੰਗੇ ਕਰਮ ਕਮਾਓ, ਤੁਸੀਂ ਇਸ ਜੀਵਨ ਵਿੱਚ ਸੇਵਾ ਕਰੋ, ਸਿਮਰਨ ਕਰੋ, ਪਰਉਪਕਾਰ ਕਰੋ, ਪਰ ਜੇ ਸੱਚਮੁੱਚ ਇਹ ਸੁਪਨਾ ਹੀ ਹੋਵੇ, ਸਾਰਾ ਹੀ ਝੂਠ ਹੋਵੇ, ਫਿਰ ਇਹ ਗੱਲ ਆਖਣ ਦੀ ਕੀ ਲੋੜ ਹੈ। ਫਿਰ ਤੇ ਆਪਾਂ ਸੁਪਨਾ ਵੇਖ ਰਹੇ ਹਾਂ, ਜਿਹੋ ਜਿਹਾ ਚੱਲ ਰਿਹਾ ਇਹਨੂੰ ਚੱਲੀ ਜਾਣ ਦਿਓ। ਪਰ ਸਾਰੇ ਗੁਰੂ ਮਹਾਰਾਜ, ਸਾਰੇ ਮਹਾਂਪੁਰਸ਼, ਸਾਰੇ ਸੰਤ ਜਨ ਇਹ ਗੱਲ ਕਹਿੰਦੇ ਨੇ ਕਿ ਜੀਵਨ ਤੁਹਾਨੂੰ ਮਿਲਿਆ ਹੈ ਕਿਸੇ ਮਕਸਦ ਲਈ। ਇਹ ਸਾਰੇ ਦਾ ਸਾਰਾ ਝੂਠਾ ਨਹੀਂ। ਤੁਹਾਡੇ ਜੀਵਨ ਦੇ ਵਿੱਚ ਕੀਤੇ ਹੋਏ ਕਰਮ, ਉਹਨਾਂ ਦਾ ਫਲ ਤੁਹਾਨੂੰ ਭੁਗਤਣਾ ਪੈਣਾ ਹੈ। ਮਾੜੇ ਕਰੋਗੇ ਮਾੜਾ ਫਲ ਭੁਗਤੋਗੇ, ਚੰਗੇ ਕਰੋਗੇ ਚੰਗੇ ਫਲ ਭੁਗਤੋਗੇ। ਕਈ ਵਾਰੀ ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਇਸ ਜੀਵਨ ਵਿੱਚ ਨਹੀਂ ਭੁਗਤਦੇ, ਉਹ ਸਾਨੂੰ ਅਗਲੇ ਜਨਮ ਵਿੱਚ ਭੁਗਤਣੇ ਪੈਂਦੇ ਨੇ। ਇਸ ਬਿਨਾਂ ਤੇ ਇਹ ਸਾਡਾ ਜੀਵਨ ਵੀ ਸੱਚ ਭਾਸਦਾ ਹੈ ਕਿ ਇਸ ਜੀਵਨ ਵਿੱਚ ਕੀਤੇ ਹੋਏ ਹਰ ਕਰਮ ਦਾ ਫਲ ਸਾਨੂੰ ਮਿਲਣਾ ਹੀ ਮਿਲਣਾ ਹੈ,
ਚਾਹੇ ਇਸ ਜਨਮ ਵਿੱਚ ਮਿਲੇ ਤੇ ਚਾਹੇ ਅਗਲੇ ਜਨਮ ਵਿੱਚ ਮਿਲੇ। ਜੇ ਸੱਚਮੁੱਚ ਇਹ ਸੁਪਨਾ ਹੋਵੇ, ਸਾਰਾ ਹੀ ਝੂਠਾ ਹੋਵੇ, ਤੇ ਫਿਰ ਸਾਨੂੰ ਕਿਉਂ ਆਖਿਆ ਜਾ ਰਿਹਾ ਵੀ ਚੰਗੇ ਕਰਮ ਕਮਾਓ? ਕਿਉਂ ਆਖਿਆ ਜਾ ਰਿਹਾ ਕਿ ਪਰਮੇਸ਼ਵਰ ਦੀ ਭਗਤੀ ਕਰੋ? ਕਿਉਂ ਇਹ ਗੱਲ ਆਖੀ ਜਾ ਰਹੀ ਏ ਕਿ ਤੁਹਾਨੂੰ ਨਹੀਂ ਤੇ ਅਗਲੇ ਜਨਮ ਤੱਕ ਵੀ ਇਹ ਤੁਹਾਡੇ ਕਰਮ ਨਾਲ ਜਾਣਗੇ ਤੇ ਫਲ ਭੁਗਤਣੇ ਪੈਣੇ ਨੇ? ਇਹਦਾ ਮਤਲਬ ਇਹ ਜੀਵਨ ਦੇ ਵਿੱਚ ਕੁਝ ਨਾ ਕੁਝ ਸੱਚਾਈ ਵੀ ਏ। ਇਹ ਜੀਵਨ ਸਾਨੂੰ ਐਵੇਂ ਹੀ ਸੁਪਨਾ ਨਹੀਂ ਅਸੀਂ ਵੇਖ ਰਹੇ। ਇਸ ਜੀਵਨ ਦੇ ਅੰਦਰ ਅਸੀਂ ਕੁਝ ਕਰਨਾ ਹੈ, ਤੇ ਜੋ ਕੁਝ ਕਰਨਾ ਹੈ ਉਹ ਕਰਨਾ ਹੈ ਪਰਮਾਤਮਾ ਵਿੱਚ ਅਭੇਦ ਹੋਣ ਵਾਸਤੇ, ਤਾਂ ਕਿ ਸਾਡੀ ਆਤਮਿਕ ਯਾਤਰਾ ਵੀ ਪੂਰੀ ਹੋ ਸਕੇ। ਸਮਾਂ ਸਮਾਪਤ ਹੋ ਗਿਆ। ਮੈਂ ਸ਼ੁੱਕਰਵਾਰ ਵਾਲੇ ਦਿਨ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਦੋ ਤਰ੍ਹਾਂ ਨਾਲ ਯਾਤਰਾ ਕਰਦੇ ਹਾਂ। ਇੱਕ ਸਾਡੀ ਯਾਤਰਾ ਸਰੀਰਕ ਤੌਰ ਤੇ ਹੈ, ਇੱਕ ਸਾਡੀ ਯਾਤਰਾ ਆਤਮਿਕ ਤੌਰ ਤੇ ਹੈ। ਸਰੀਰਕ ਯਾਤਰਾ ਜਨਮ ਤੋਂ ਸ਼ੁਰੂ ਹੁੰਦੀ, ਮਰਨ ਤੇ ਖਤਮ ਹੋ ਜਾਂਦੀ। ਆਤਮਿਕ ਯਾਤਰਾ ਨਾ ਜਨਮ ਤੋਂ ਸ਼ੁਰੂ ਹੁੰਦੀ ਹੈ, ਨਾ ਮਰਨ ਤੇ ਖਤਮ ਹੁੰਦੀ ਹੈ। ਆਤਮਿਕ ਯਾਤਰਾ ਜੁਗਾਂ ਜੁਗਾਂ ਤੋਂ ਚੱਲਦੀ ਆ ਰਹੀ ਹੈ ਤੇ ਉਹਨਾਂ ਚਿਰ ਤੱਕ ਚੱਲਦੀ ਰਹੇਗੀ ਜਿੰਨਾ ਚਿਰ ਤੱਕ ਅਸੀਂ ਉਸ ਸ਼ੌਹ ਸਾਗਰ ਵਿੱਚ ਸਮਾ ਨਹੀਂ ਜਾਂਦੇ। ਉਹਨਾਂ ਚਿਰ ਆਤਮਿਕ ਯਾਤਰਾ ਚੱਲਦੀ ਹੀ ਰਹਿਣੀ ਹੈ। ਸੋ ਅਸੀਂ ਯਤਨ ਕਰੀਏ ਕਿ ਇਸ ਜੀਵਨ ਵਿੱਚ ਜਿੱਥੇ ਸਾਡੀ ਇਹ ਸਰੀਰਕ ਯਾਤਰਾ ਪੂਰੀ ਹੋਵੇ, ਸਰੀਰਕ ਯਾਤਰਾ ਪੂਰੀ ਹੋਣ ਤੋਂ ਪਹਿਲਾਂ ਸਾਡੀ ਆਤਮਿਕ ਯਾਤਰਾ ਵੀ ਪੂਰੀ ਹੋ ਜਾਏ। ਜੇ ਉਹ ਪੂਰੀ ਨਾ ਹੋਈ ਤੇ ਫਿਰ ਜਨਮ ਤੇ ਮਰਨ ਦਾ ਇਹ ਗੇੜ ਚੱਲਦਾ ਰਹੇਗਾ। ਫਿਰ ਪਤਾ ਨਹੀਂ ਕਦੋਂ ਵਾਰੀ ਆਵੇਗੀ ਤੇ ਫਿਰ ਸਾਨੂੰ ਆਤਮਿਕ ਯਾਤਰਾ ਪੂਰੀ ਕਰਨ ਦਾ ਇੱਕ ਸਮਾਂ ਸੁਭਾਗ ਪ੍ਰਾਪਤ ਹੋਵੇਗਾ। ਸੋ ਅੱਜ ਜੀ ਮੈਂ ਗੱਲ ਇੱਥੇ ਹੀ ਸਮਾਪਤ ਕਰ ਦੇਣਾ। ਇਹ ਜਿਹੜੇ ਸੁਪਨੇ ਦੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ ਹੈ, ਅਗਲੇ ਐਤਵਾਰ ਨੂੰ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਇੱਕ ਸੁਪਨਾ ਗੁਰੂ ਨਾਨਕ ਸਾਹਿਬ ਜੀ ਦਾ ਤੇ ਇੱਕ ਸੁਪਨਾ ਭਾਈ ਵੀਰ ਸਿੰਘ ਜੀ ਦਾ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਉਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਵਿਚਾਰ ਨੂੰ ਸੁਣਿਆ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦੀ ਹਾਂ। ਮੇਰੇ ਪਾਸੋਂ ਹੋਈਆਂ ਭੁੱਲਾਂ ਲਈ ਮੈਂ ਖਿਮਾ ਚਾਹਾਂਗਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।